ਬੀਜੇਪੀ ਜਿਹੜੀ ਪੋਲਿਟਿਕਸ ਕਰਦੀ ਹੈ ਧਰਮ ਦੇ ਨਾਮ ਤੇ ਪਹਿਲਾਂ ਲੋਕਾਂ ਨੂੰ ਤੋੜਦੀ ਆ। ਇੱਕ ਮੁਸਲਮਾਨ ਨੂੰ ਕਹਿੰਦੀ ਆ ਉਹ ਹਿੰਦੂ ਆ, ਹਿੰਦੂ ਨੂੰ ਕਹਿੰਦੀ ਆ ਉਹ ਮੁਸਲਮਾਨ ਆ। ਬੀਜੇਪੀ ਨੇ ਸਿਰਫ ਸਾਨੂੰ ਸਪੋਇਲ ਹੀ ਕੀਤਾ। ਬੀਜੇਪੀ ਸਿਰਫ ਆਪਣਾ ਇੰਟਰਸਟ ਦੇਖ ਰਹੀ ਹੈ, ਉਹਨੂੰ ਲੋਕਾਂ ਤੱਕ ਕੋਈ ਮਤਲਬ ਨਹੀਂ ਹੈ। ਉਹਨੇ ਸਿਰਫ ਲੋਕਾਂ ਨੂੰ ਇਸਤੇਮਾਲ ਕਰਨਾ ਹੈ, ਦੰਗੇ ਕਰਾਣੇ ਨੇ, ਧਰਮ ਦੇ ਨਾਮ ਤੇ ਬਟਵਾਣਾ। ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਦੇਖ ਲਈਏ, ਜੇ ਉਹ ਧਰਮ ਨੂੰ ਵਿੱਚ ਲੈ ਕੇ ਆਏਗੀ ਇਟ ਮੀਨਸ ਉਹਨਾਂ ਦਾ ਵੀ ਕੋਈ ਮਤਲਬ ਦੀਨ ਧਰਮ ਹੈ ਨਹੀਂ। ਇਲੈਕਸ਼ਨਸ ਆਉਣ ਵਾਲੇ ਹੁੰਦੇ ਆ, ਕੋਈ ਬੇਅਦਬੀ ਕਰਾਣੀ ਸ਼ੁਰੂ ਕਰ ਦਿੰਦੇ ਆ, ਧਰਮ ਨੂੰ ਇਹ ਵਿੱਚ ਲੈ ਕੇ ਆ ਜਾਂਦੇ ਆ। ਇਹਨਾਂ ਨੂੰ ਪਤਾ ਵੀ ਧਰਮ ਦੇ ਨਾਮ ਤੇ ਇਹਨਾਂ ਦੀ ਪੋਲਿਟਿਕਸ ਬਹੁਤ ਵਧੀਆ ਚੱਲ ਰਹੀ ਹੈ, ਧਰਮ ਦੇ ਨੁਮਾਇੰਦੇ ਕਰ ਵੀ ਹੋ ਹੀ ਰਹੇ ਆ। ਸਟੂਡੈਂਟਸ ਨੂੰ ਕਿਹਾ ਗਿਆ ਵੀ ਇਹ ਪੈਰਾਸਾਈਟਸ ਨੇ। ਸਟੂਡੈਂਟਸ ਪੈਰਾਸਾਈਟ ਨਹੀਂ ਹੈਗੇ, ਸਟੂਡੈਂਟਸ ਫਿਊਚਰ ਨੇ। ਵੀ GST ਕੀਤੀ, GST ਲਾਗੂ ਹੋ ਗਈ, ਨੋਟਬੰਦੀ ਕੀਤੀ, ਨੋਟਬੰਦੀ ਲਾਗੂ ਹੋ ਗਈ। ਇਹੀ ਉਹਨਾਂ ਦੀ ਆਕੜ ਕਿਸਾਨਾਂ ਨੇ ਭੰਨੀ ਹੈ। ਬੀਜੇਪੀ ਜਿਵੇਂ ਸੋਚ ਰਹੀ ਹੈ ਸੱਤਾ 'ਚ ਆਉਣ ਲਈ, ਉਹ ਸੱਤਾ 'ਚ ਆ ਹੀ ਕਿਵੇਂ ਸਕਦੀ ਹੈ। ਅੱਜ ਤੋਂ ਪਹਿਲਾਂ ਵੀ ਸਰਕਾਰ ਨੇ ਬਹੁਤ ਕੁਝ ਵੇਚਿਆ। ਜਿਹੜੇ ਮਿਸਿੰਗ ਨੇ ਉਹਨਾਂ ਦਾ ਤਾਂ ਇਹ ਨਹੀਂ ਪਤਾ ਉਹ ਕਿੱਥੇ ਨੇ। ਸਰਕਾਰ ਜਿਹੜੀ ਇਨਜਸਟਿਸ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਲੋਕਾਂ ਨਾਲ, ਅਸੀਂ ਉਹ ਨਹੀਂ ਹੋਣ ਦੇਵਾਂਗੇ। ਸਾਡੀ ਜਾਨ ਵੀ ਚਲੀ ਜਾਏ ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਅਸੀਂ ਸਰਕਾਰ ਨੂੰ ਆਪਣੇ ਨਾਲ ਗਲਤ ਨਹੀਂ ਹੋਣ ਦੇਣਾ। NRC ਦੀ ਕੀ ਜ਼ਰੂਰਤ ਸੀ? ਅਸਾਮ 'ਚ NRC ਦੇ ਅਸੀਂ ਇਫੈਕਟ ਦੇਖ ਲਿਆ ਸੀ ਕੀ ਹੋਇਆ। ਜਦੋਂ ਅਸੀਂ ਘਰੋਂ ਬਾਹਰ ਕਦਮ ਪੱਟਿਆ ਉਦੋਂ ਹੀ ਕਹਿ ਰਹੇ ਨੇ ਜਿਹੜਾ ਪੀਸ ਹੈ ਉਹਨੂੰ ਖਤਮ ਕਰ ਰਹੇ ਆ। ਜਿਹੜਾ ਪੀਸ ਸਾਡਾ ਖਤਮ ਹੋਇਆ ਉਹਦਾ ਕੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਕਿਸਾਨੀ ਅੰਦੋਲਨ ਦੇ ਵਿੱਚ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੇ ਨਿਰਸਵਾਰਥ ਪਹਿਲੀ ਗੱਲ ਤਾਂ ਪੰਜਾਬ ਦੇ ਸਾਰੇ ਲੋਕ ਹੀ ਆਪਣੀਆਂ ਜ਼ਮੀਨਾਂ ਬਚਾਉਣ ਗਏ ਸੀ, ਪਰ ਕੁਝ ਲੋਕ ਅਜਿਹੇ ਵੀ ਗਏ ਸੀ ਜੋ ਇਸ ਖਿੱਤੇ ਨਾਲ ਨਹੀਂ ਸੰਬੰਧ ਸੀ, ਪਰ ਉਹਨਾਂ ਵੱਲੋਂ ਇਹ ਲੱਗਿਆ ਕਿ ਜੋ ਲੜਾਈ ਹੈ ਇਹ ਸਾਡੀ ਵੀ ਹੈ। ਸਭ ਤੋਂ ਵੱਡੀ ਲੋੜ ਉਦੋਂ ਪਈ ਉਸ ਖਿੱਤੇ ਜਿਸ ਦੀ ਅਸੀਂ ਗੱਲ ਕਰਾਂਗੇ ਜਦ 26 ਜਨਵਰੀ ਦੀ ਘਟਨਾ ਵਾਪਰਦੀ ਹੈ। ਲੋਕਾਂ ਨੂੰ ਲੋੜ ਪੈਂਦੀ ਹੈ, ਲੋਕਾਂ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਹੈ। ਵਕੀਲਾਂ ਦਾ ਪੈਨਲ ਗਿਆ ਤੇ ਉਸ ਪੈਨਲ ਦੇ ਵਿੱਚ ਇੱਕ ਭੈਣ ਗਏ ਜੋ ਕਿ ਮੁਸਲਿਮ ਧਰਮ ਨਾਲ ਸੰਬੰਧਿਤ ਨੇ, ਇਸਲਾਮ ਨਾਲ ਸੰਬੰਧਿਤ ਨੇ। ਉਹ ਮਲੇਰਕੋਟਲਾ ਦੀ ਧਰਤੀ ਜੋ ਕਿ ਹਾਦਾ ਨਾਰਾ ਦੀ ਧਰਤੀ ਪਹਿਲਾਂ ਵੀ ਮੰਨੀ ਜਾਂਦੀ ਹੈ, ਉੱਥੋਂ ਇੱਕ ਭੈਣ ਗਏ। ਉਹਨਾਂ ਵੱਲੋਂ ਉੱਥੇ ਜਾ ਕੇ ਮਦਦ ਕੀਤੀ ਗਈ, ਕਾਨੂੰਨੀ ਮਦਦ ਕੀਤੀ ਗਈ। ਕਾਫੀ ਕੁਛ ਅਜਿਹੀਆਂ ਗੱਲਾਂ ਜਿਹੜੀਆਂ ਕਿ ਆਪਾਂ ਨੂੰ ਪਤਾ ਨਹੀਂ, ਉਹ ਵੀ ਗੱਲਬਾਤ ਕਰਾਂਗੇ। ਤੇ ਉਹ ਭੈਣ ਜੀ ਦਾ ਪਹਿਲਾਂ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲੋਕ ਆਵਾਜ਼ TV ਤੇ। ਧੰਨਵਾਦ। ਤੁਸੀਂ ਕਦੋਂ ਗਏ ਕਿਸਾਨੀ ਅੰਦੋਲਨ ਦੇ ਵਿੱਚ, ਜੁੜੇ ਕਦੋਂ ਤੋਂ ਸੀ ਤੇ ਕਿਵੇਂ ਲੱਗਿਆ ਕਿ ਹੁਣ ਉੱਥੇ ਜਾ ਕੇ ਇਹ ਚੀਜ਼ 'ਚ ਮੈਨੂੰ ਹੈਲਪ ਕਰਨੀ ਚਾਹੀਦੀ? ਕਿਸਾਨੀ ਅੰਦੋਲਨ ਦੀ ਜੇ ਗੱਲ ਕਰਾਂ ਤਾਂ ਮੈਂ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਦੇ ਨਾਲ ਸੀ। ਪੰਜਾਬ ਤੋਂ ਇਹ ਅੰਦੋਲਨ ਸ਼ੁਰੂ ਹੋਇਆ। ਠੀਕ ਹੈ ਜੀ। ਤੇ ਪੰਜਾਬ ਦੇ ਜਿੱਥੇ ਵੀ ਮੋਰਚੇ ਲੱਗਦੇ ਸੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਉੱਥੇ ਪਹੁੰਚਣ ਦੀ ਤੇ ਉੱਥੇ ਸ਼ਮੂਲੀਅਤ ਦੇਣ ਦੀ ਕੋਸ਼ਿਸ਼ ਕੀਤੀ। ਠੀਕ ਹੈ ਜੀ। ਤੇ ਅਸੀਂ ਉੱਥੇ ਸ਼ਮੂਲੀਅਤ ਕੀਤੀ। ਗੱਲ ਕਰੀਏ ਦਿੱਲੀ ਦੀ ਤਾਂ ਜਦੋਂ ਅਸੀਂ ਦਿੱਲੀ ਗਏ ਅਸੀਂ ਐਸੇ ਫਰੇਸ 'ਚ ਗਏ ਸੀ ਦਿੱਲੀ ਜਦੋਂ ਕਿ ਬਹੁਤ ਹੀ ਇਮੋਸ਼ਨਲ ਮਾਹੌਲ ਬਣ ਚੁੱਕਿਆ ਸੀ। ਠੀਕ ਹੈ। ਇਮੋਸ਼ਨਲ ਵੀ ਸੀ ਤੇ ਇੱਕ ਡਰ ਦਾ ਮਾਹੌਲ ਸੀ। ਠੀਕ ਹੈ ਜੀ। ਕਿਉਂਕਿ ਜਦੋਂ 26 ਜਨਵਰੀ ਵਾਲਾ ਇਨਸੀਡੈਂਟ ਹੁੰਦਾ ਹਾਂਜੀ ਤਾਂ ਬਹੁਤ ਇਹ ਨਹੀਂ ਕਹਿੰਦੇ ਅਸੀਂ ਕਿ ਸਾਰੇ ਹੀ ਲੋਕ ਵਾਪਸ ਆਏ ਸੀ, ਬਟ ਇੱਕ ਸ਼ਰਾਰਤੀ ਅਨਸਰਾਂ ਨੇ ਲੋਕਾਂ ਦੇ ਦਿਲਾਂ 'ਚ ਡਰ ਬਿਠਾਤਾ ਸੀ ਕਿ ਇੱਥੇ ਬਾਰਡਰਾਂ 'ਤੇ ਕੁਝ ਵੀ ਹੋ ਸਕਦਾ। ਠੀਕ ਹੈ ਜੀ। ਪਰ ਫਿਰ ਵੀ ਅਸੀਂ ਮਤਲਬ ਬਾਰਡਰ 'ਤੇ ਗਏ, ਅਸੀਂ ਆਪਣਾ ਕੰਮ ਕਰਨ ਗਏ ਸੀ ਅਤੇ ਨਾਲ ਹੀ ਅਸੀਂ ਕਿਸਾਨਾਂ ਨੂੰ ਇਹ ਵੀ ਦੱਸਿਆ ਜਿਹੜੇ ਵੀ ਲੋਕ ਸਾਨੂੰ ਉੱਥੇ ਮਿਲੇ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਇੱਥੇ ਬੈਠੇ ਹਾਂ ਅਤੇ ਜਦੋਂ ਤੱਕ ਅਸੀਂ ਮੋਰਚਾ ਫਤਿਹ ਨਹੀਂ ਕਰ ਲੈਂਦੇ ਉਦੋਂ ਤੱਕ ਅਸੀਂ ਵਾਪਸ ਨਹੀਂ ਜਾਣਾ। ਠੀਕ ਹੈ। ਠੀਕ ਹੈ, ਜਿਹੜੇ ਕੰਮ ਸੀ ਉਹ ਅਸੀਂ ਕਰਨ ਪੰਜਾਬ ਆਉਂਦੇ ਸੀ, ਪਰ ਅਸੀਂ ਆਪਣੀ ਮਤਲਬ ਅਟੈਂਡੈਂਸ ਬਾਰਡਰਸ 'ਤੇ ਲਗਾ ਕੇ ਆਉਂਦੇ ਸੀ। ਠੀਕ ਹੈ ਜੀ। ਇਹ ਸੀ ਕਿ ਅਸੀਂ ਬਾਰਡਰ ਵੀ ਦੇਖ ਰਹੇ ਸੀ, ਅਸੀਂ ਮੋਰਚੇ ਵੀ ਦੇਖ ਰਹੇ ਸੀ ਅਤੇ ਅਸੀਂ ਪੰਜਾਬ 'ਚ ਆਪਣਾ ਕੰਮ ਵੀ ਦੇਖ ਰਹੇ ਸੀ। ਠੀਕ ਹੈ ਜੀ। 26 ਜਨਵਰੀ ਨੂੰ ਇੱਕ ਇਨਸੀਡੈਂਟ ਹੁੰਦਾ, ਬਹੁਤ ਸਾਰੇ ਮਤਲਬ ਬਹੁਤ ਭਗਦੜ ਮਚ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੇ ਮਤਲਬ ਬਹੁਤ ਲੜਾਈਆਂ ਕੀਤੀਆਂ, ਬਹੁਤ ਕੁਛ ਕੀਤਾ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ। ਜਦ ਕਿ ਜੇ ਦੇਖਿਆ ਜਾਏ ਕਿਸਾਨਾਂ ਨੇ ਮਾਹੌਲ ਖ਼ਰਾਬ ਨਹੀਂ ਕੀਤਾ ਸੀ। ਠੀਕ ਹੈ। ਉੱਥੇ ਜਿਹੜੇ ਸ਼ਰਾਰਤੀ ਅਨਸਰ ਆਏ ਸੀ ਉਹਨਾਂ ਨੇ ਮਾਹੌਲ ਖ਼ਰਾਬ ਕੀਤਾ ਸੀ। ਠੀਕ ਹੈ। ਅਤੇ ਇਹ ਮਤਲਬ ਇੱਕ ਤਰ੍ਹਾਂ ਨਾਲ ਕਹਿ ਸਕਦਾ ਕਿ ਇਹ ਪਲਾਨਡ ਸੀ, ਕਿਉਂਕਿ
ਇਹ ਇੱਕ ਮਾਸ ਮੂਵਮੈਂਟ ਹੈ, ਠੀਕ ਹੈ। ਫਾਰਮਰਸ ਮੂਵਮੈਂਟ। ਠੀਕ ਹੈ ਜੀ। ਤੇ ਜਦੋਂ ਇੱਕ ਮਤਲਬ ਦੇਸ਼ ਪੱਧਰ ਤੇ ਇੱਕ ਅੰਦੋਲਨ ਚੱਲ ਰਿਹਾ ਤਾਂ ਉਸ ਨੂੰ ਖਰਾਬ ਵੀ ਕੀਤਾ ਜਾਏਗਾ, ਠੀਕ ਹੈ ਇਹ ਜੀ। ਬਹੁਤ ਆਬਵੀਅਸ ਹੈ। ਹਾਂਜੀ। ਇਸ ਕਰਕੇ ਜਦੋਂ 26 ਵਾਲਾ ਇਨਸੀਡੈਂਟ ਹੋਇਆ ਉਹ ਤੋਂ ਬਾਅਦ ਲੋਕ ਬਹੁਤ ਜ਼ਿਆਦਾ ਚੁਕੰਨੇ ਹੋ ਗਏ ਸੀ, ਠੀਕ ਹੈ ਜੀ। ਕਿਉਂਕਿ 26 ਤੋਂ ਪਹਿਲਾਂ ਜਿਹੜਾ ਮੈਂ ਪੰਜਾਬ 'ਚ ਅੰਦੋਲਨ ਦੇਖੀ ਸੀ ਉਹਦੇ 'ਚ ਹੁੰਦਾ ਸੀ ਕਿ ਪਤਾ ਹੁੰਦਾ ਸੀ ਕਿ ਸਟੇਜ ਤੇ ਅਗਵਾਈ ਹੋਣੀ ਆ, ਲੋਕਾਂ ਨੇ ਪ੍ਰੋਟੈਸਟ 'ਚ ਸ਼ਾਮਿਲ ਹੋਣਾ, ਸੰਘਰਸ਼ ਜੋ ਵੀ ਹੋਣਗੇ, ਜੋ ਵੀ ਅੰਦੋਲਨ ਹੈ, ਜੋ ਵੀ ਕਾਲਸ ਹੋਣਗੀਆਂ। ਠੀਕ ਹੈ ਜੀ। ਪਰ 26 ਦਾ ਜਿਹੜਾ ਇਨਸੀਡੈਂਟ ਸੀ ਉਹ ਤੋਂ ਬਾਅਦ ਅਸੀਂ ਡੇ ਨਾਈਟ ਐਕਟਿਵ ਸੀ। ਠੀਕ ਹੈ ਸਾਨੂੰ ਡੇ ਨਾਈਟ ਪਤਾ ਹੁੰਦਾ ਸੀ ਕਿ ਅਸੀਂ ਅਲਰਟ ਰਹਿਣਾ ਕਿ ਸ਼ਰਾਰਤੀ ਅਨਸਰ ਕੁਝ ਵੀ ਕਰ ਸਕਦੇ ਆ, ਤੇ ਅਸੀਂ ਪੂਰੀ ਜਿੰਨੀ ਵੀ ਅਸੀਂ ਆਪਣੀ ਲਾਈਕ ਡਿਊਟੀ ਦੇ ਸਕਦੇ ਸੀ ਅਸੀਂ ਉੱਥੇ ਆਪਣੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਠੀਕ ਹੈ ਜੀ। ਉੱਥੇ ਆਇਡੈਂਟੀਫਾਈ ਕਿਵੇਂ ਕੀਤਾ ਵੀ ਕਿੰਨੇ ਲੋਕਾਂ ਦੇ ਉੱਤੇ ਕੇਸ ਹੈ? ਤੇ ਅਸੀਂ ਇਹ ਵੀ ਗੱਲ ਸਾਡੇ ਧਿਆਨ 'ਚ ਆਈ ਕਿ ਤੁਸੀਂ ਟਰਾਲੀਆਂ ਦੇ ਵਿੱਚ ਵੀ ਗਏ ਹੋ, ਪਤਾ ਵੀ ਕੀਤਾ ਕਿ ਕੋਈ ਮਿਸ ਹੋਵੇ, ਕੋਈ ਕਿਸੇ ਦਾ ਕੋਈ ਕਿਸਾਨ ਇਸ ਅੰਦੋਲਨ ਦੇ ਵਿੱਚ ਉੱਥੇ ਗਿਆ ਹੋਵੇ ਛੱਬਣੀਆਂ ਵੀ ਤੇ ਵਾਪਸ ਨਾ ਆਇਆ ਹੋਵੇ, ਅਜਿਹੀ ਕੁਝ ਵੀ ਹੋਇਆ ਉੱਥੇ? ਬਿਲਕੁਲ। ਅਸੀਂ ਜਦੋਂ 26 ਤੋਂ ਬਾਅਦ ਗਏ ਹਾਂ, ਅਸੀਂ ਜਿਹੜਾ 26 ਦਾ ਇਨਸੀਡੈਂਟ ਹੋਇਆ ਉਹ ਤੋਂ ਬਾਅਦ ਗਏ, ਅਸੀਂ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕੀਤੀਆਂ। ਠੀਕ ਹੈ ਜੀ। ਕਦੇ ਵੀ ਅਸੀਂ ਜਦੋਂ ਇੱਕ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕਦੇ ਵੀ ਕਰਨਾ ਆਸਾਨ ਨਹੀਂ ਹੁੰਦਾ, ਉਹਦੇ 'ਚ ਮੁਸ਼ਕਿਲਾਂ ਆਉਂਦੀਆਂ। ਤੇ ਜਦੋਂ ਅਸੀਂ ਦਿੱਲੀ ਗਏ ਸੀ ਸਾਨੂੰ ਪਤਾ ਸੀ ਕਿ ਸਾਨੂੰ ਮੁਸ਼ਕਿਲਾਂ ਆਉਣਗੀਆਂ, ਅਸੀਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਾਂਗੇ, ਪਰ ਅਸੀਂ ਇਹ ਗੱਲ ਸੋਚੀ ਹੋਈ ਸੀ ਕਿ ਕੁਝ ਵੀ ਹੋ ਜਾਏ ਅਸੀਂ ਵਾਪਸ ਐਦਾਂ ਨਹੀਂ ਆਵਾਂਗੇ। ਅਸੀਂ ਸਭ ਕੁਝ ਜਿਹੜਾ ਵੀ ਸਾਨੂੰ ਕੰਮ ਮਿਲਿਆ ਅਸੀਂ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਆਵਾਂਗੇ। ਠੀਕ ਹੈ ਜੀ। 26 ਜਨਵਰੀ ਦੇ ਇਨਸੀਡੈਂਟ ਤੋਂ ਬਾਅਦ ਜਦੋਂ ਅਸੀਂ ਗਏ ਉੱਥੇ ਅਸੀਂ ਦੇਖਿਆ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ FIRs ਹੀ ਨਹੀਂ ਮਿਲ ਰਹੀਆਂ ਸੀਗੀਆਂ। ਠੀਕ ਹੈ। ਐਂਡ ਜੇ ਗੱਲ ਕਰੀਏ ਇੰਟਰਨੈਟ ਅਸੈਸ ਦੀ ਤਾਂ ਸਿੰਘੂ ਬਾਰਡਰ ਤੇ ਇੰਟਰਨੈਟ ਅਸੈਸ ਵੀ ਨਹੀਂ ਸੀ। ਇੰਟਰਨੈਟ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਕਿਉਂਕਿ ਅਸੀਂ ਲੋਕਾਂ ਦਾ ਪਤਾ ਵੀ ਕਰਨਾ ਸੀ, ਅਸੀਂ ਇਨਫੋਰਮੇਸ਼ਨ ਵੀ ਦੇਣੀ ਸੀ, ਆਪਣੇ ਲੀਗਲ ਪੈਨਲ 'ਚ ਦੇਣੀ ਸੀ, ਆਪਣੇ ਸੀਨੀਅਰ ਐਡਵੋਕੇਟਸ ਨੂੰ ਦੇਣੀ ਸੀ, ਤਾਂ ਇਹ ਸਾਡੇ ਲਈ ਬਹੁਤ ਡਿਫਿਕਲਟ ਹੋ ਰਿਹਾ ਸੀ। ਬਟ ਜੇ ਗੱਲ ਕਰੀਏ ਮੋਰਚੇ ਤੇ ਜਿਵੇਂ ਮਾਲ ਸੀ ਜਾਂ ਫਿਰ ਜਿਹੜੇ ਵੀ ਲੋਕਾਂ ਕੋਲ ਵਾਈਫਾਈ ਲੱਗੇ ਹੋਏ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਤੇ ਉਹਨਾਂ ਨੇ ਸਾਨੂੰ ਇੰਟਰਨੈਟ ਵੀ ਪ੍ਰੋਵਾਈਡ ਕੀਤਾ ਜੀ। ਅਸੀਂ ਇੰਟਰਨੈਟ ਦੀ ਹੈਲਪ ਨਾਲ ਮਤਲਬ ਸਾਰੀ ਇਨਫੋਰਮੇਸ਼ਨ ਟਰਾਈ ਕੀਤਾ ਕਿ ਅਸੀਂ ਸਾਰੀ ਇਨਫੋਰਮੇਸ਼ਨ ਕਲੈਕਟ ਕਰੀਏ ਜੀ। ਸਾਨੂੰ ਬਹੁਤ ਹੱਦ ਤੱਕ ਇਨਫੋਰਮੇਸ਼ਨ ਮਿਲ ਗਈ ਸੀ ਜੀ, ਜਿਵੇਂ ਕਿ ਸਭ ਦੇ ਸੋਰਸਿਸ ਤੋਂ ਵੀ ਮਿਲ ਗਈ ਸੀ। ਪੁਲਿਸ ਅਥਾਰਟੀਜ਼ ਉਸ ਟਾਈਮ ਤੇ ਬਹੁਤ ਘੱਟ ਕੋਆਪਰੇਟ ਕਰ ਰਹੀਆਂ ਸੀ, ਬਟ ਬਾਅਦ 'ਚ ਫਾਈਂਡ ਆਊਟ ਹੋ ਗਿਆ ਸੀ। ਮਿਸਿੰਗ ਦੀ ਲਿਸਟ ਸੀ ਜਿਹੜਾ ਕਿ ਇੱਕ ਮਤਲਬ ਡਿਫਿਕਲਟ ਟਾਸਕ ਬਣ ਰਿਹਾ ਸੀ ਮਿਸਿੰਗ ਫਾਈਂਡ ਆਊਟ ਕਰਨਾ, ਕਿਉਂਕਿ ਜਿਹੜੇ ਅਰੈਸਟਡ ਸੀ ਉਹਨਾਂ ਦਾ ਤਾਂ ਪਤਾ ਹੈ ਵੀ ਉਹ ਜੇਲ੍ਹ 'ਚ ਹੈਗੇ ਆ, ਮਤਲਬ ਹੁਣ ਉਹਨਾਂ ਦੀ ਤਾਂ ਬੇਲਸ ਹੀ ਲੱਗਣਗੀਆਂ, ਬਹੁਤ ਓਬਵੀਅਸ ਹੈ। ਬਟ ਜਿਹੜੇ ਮਿਸਿੰਗ ਨੇ ਉਹਨਾਂ ਦਾ ਤਾਂ ਇਹ ਨਹੀਂ ਪਤਾ ਉਹ ਕਿੱਥੇ ਨੇ। ਉਹਨਾਂ ਦੇ ਘਰਦਿਆਂ ਨਾਲ ਵੀ ਗੱਲ ਹੋਈ, ਉਹਨਾਂ ਦੇ ਘਰਦਿਆਂ ਨੇ ਕਿਹਾ ਕਿ ਇਹ ਨਹੀਂ ਘਰ ਆਏ, ਇਟ ਮੀਨਸ ਕਿ ਇਹ ਡਿਟੇਨ ਹੀ ਕੀਤੇ ਗਏ ਨੇ ਤੇ ਅਰੈਸਟਡ ਹੀ ਹੋਣਗੇ। ਠੀਕ ਹੈ ਜੀ। ਕਿਸੇ ਤਰ੍ਹਾਂ ਸਾਨੂੰ ਮਤਲਬ ਜਿਵੇਂ ਵੀ ਇਨਫੋਰਮੇਸ਼ਨ ਮਿਲੀ ਇੱਕ ਤੋਂ ਬਾਅਦ ਇੱਕ ਮਿਸਿੰਗ ਵੀ ਟਰੇਸ ਹੁੰਦੇ ਗਏ। ਠੀਕ ਹੈ ਜੀ। ਹੁਣ ਗੱਲ ਸੀ ਕਿ ਠੀਕ ਹੈ ਮਿਸਿੰਗ ਵੀ ਟਰੇਸ ਹੋ ਗਏ, ਸਭ ਪਤਾ ਲੱਗ ਗਿਆ ਜੀ। ਹੁਣ ਗੱਲ ਆ ਗਈ ਮੁਲਾਕਾਤ ਤੇ। ਹੁਣ ਘਰ ਦੇ ਆ ਰਹੇ ਨੇ ਮਤਲਬ ਸਭ ਦੇ ਕਿ ਅਸੀਂ ਆਪਣੇ ਮਤਲਬ ਬੇਟੇ ਨੂੰ ਮਿਲਣਾ ਹੈ ਜਾਂ ਅਸੀਂ ਆਪਣੇ ਭਰਾ ਨੂੰ ਮਿਲਣਾ ਹੈ ਜੀ, ਅਸੀਂ ਆਪਣੇ ਬਾਪੂ ਨੂੰ ਮਿਲਣਾ ਹੈ ਜੀ, ਕਿ ਉਹ ਮਤਲਬ ਮੁਲਾਕਾਤ ਕਰਾਓ ਸਾਡੀ। ਮੁਲਾਕਾਤ ਨਹੀਂ ਹੋ ਰਹੀ, ਕੋਵਿਡ ਰੀਜ਼ਨਸ ਦੇ ਕਰਕੇ ਮਤਲਬ ਮੁਲਾਕਾਤ ਵੀ ਬਿਲਕੁਲ ਬੰਦ ਕਰਤੀ ਸੀ। ਇਸ ਕਰਕੇ ਥੋੜੀ ਬਹੁਤ ਮਤਲਬ ਡਿਸਅਪੋਇੰਟਮੈਂਟ ਨਹੀਂ ਹੋ ਰਹੀ ਸੀ, ਬਟ ਇਹ ਹੋ ਰਿਹਾ ਸੀ ਕਿ ਕਿਸੇ ਤਰ੍ਹਾਂ ਸਾਨੂੰ ਇਸ ਟਾਈਮ ਤੇ ਸਟਰੋਂਗ ਰਹਿਣਾ ਪੈਣਾ, ਕਿਉਂਕਿ ਇਹ ਬਹੁਤ ਮੁਸ਼ਕਿਲ ਘੜੀ ਆ ਜੀ, ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਮਤਲਬ ਕ੍ਰਾਸ ਕਰਨਾ ਤੇ ਅਸੀਂ ਆਪਣੇ ਕੰਮ ਵੱਲ ਅੱਗੇ ਵਧਣਾ। ਇੱਥੋਂ ਹੁਣ ਜਿੱਤ ਹੋਈ ਹੈ, ਜਿੱਤ ਹੋ ਕੇ ਕਿਸਾਨ ਵਾਪਸ ਆਏ ਹੈ, ਜਿੱਤ ਨੂੰ ਕਿਵੇਂ ਦੇਖਦੇ ਹੋ? ਇਦੋਂ ਪਹਿਲਾਂ ਇੱਕ ਅੰਦੋਲਨ ਚੱਲਿਆ ਸੀ CAA ਤੇ NRC ਤੇ, ਜਿਹਨੂੰ ਉਦੋਂ ਫਿਰ ਇੱਕ ਦੰਗੇ ਦੇ ਰੂਪ ਦੇ ਕੇ ਤੇ ਉੱਥੋਂ ਹਟਾ ਦਿੱਤਾ ਗਿਆ ਸੀ। ਕੋਵਿਡ ਦਾ ਬਹਾਨਾ ਵੀ ਲਗਾਇਆ ਜਾ ਰਿਹਾ ਸੀ ਲਗਾਤਾਰ। ਉਹ ਅੰਦੋਲਨ ਕਿਵੇਂ ਖਤਮ ਹੋਇਆ, ਕਿਸ ਤਰੀਕੇ ਨਾਲ ਸਰਕਾਰ ਨੇ ਖਤਮ ਕੀਤਾ, ਤੇ ਇਹ ਅੰਦੋਲਨ ਕਿਵੇਂ ਇੱਕ ਜਿੱਤ ਪ੍ਰਾਪਤੀ ਕਰਕੇ ਖਤਮ ਹੋਇਆ? ਦੋਨਾਂ ਨੂੰ ਕਿਵੇਂ ਦੇਖਦੇ ਹੋ ਕਿ ਉਹ 'ਚ ਕੀ ਕਮੀਆਂ ਰਹਿ ਗਈਆਂ, ਜਾਂ ਸਰਕਾਰ ਦਾ ਜਾਂ ਲੋਕਾਂ ਦਾ ਕੀ ਨਜ਼ਰੀਆ ਸੀ CAA ਤੇ NRC ਪ੍ਰਤੀ, ਤੇ ਇਹ ਅੰਦੋਲਨ ਦੇ ਵਿੱਚ ਕੀ ਵੱਖਰਾ ਸੀ? ਜਦੋਂ ਅਸੀਂ ਕੋਈ ਵੀ ਸੰਘਰਸ਼ ਕਰਨ ਲਈ ਆਪਣਾ ਪੈਰ ਘਰੋਂ ਬਾਹਰ ਕੱਢਦੇ ਆ ਨਾ ਜੀ, ਮਤਲਬ ਇਸ ਤੋਂ ਪਹਿਲਾਂ ਵੀ ਬਹੁਤ ਸੰਘਰਸ਼ ਹੋ ਚੁੱਕੇ ਨੇ। ਜੇ ਅਸੀਂ ਗੱਲ ਕਰੀਏ ਐਕਟਿਵਿਸਟਸ ਦੀ ਜਾਂ ਇੰਟੈਲੈਕਚੁਅਲਸ ਦੀ, ਉਹਨਾਂ ਤੋਂ ਸਾਨੂੰ ਇੱਕ ਪ੍ਰੇਰਨਾ ਮਿਲਦੀ ਆ, ਬਹੁਤ ਮਤਲਬ ਬਹੁਤ ਕੁਝ ਸਿੱਖਣ ਲਈ ਮਿਲਦਾ। ਜਾਂ ਅਸੀਂ ਫਰੀडम ਫਾਈਟਰਸ ਨੂੰ ਹੀ ਲੈ ਲਈਏ ਜੀ,
ਜੇ ਕਦੇ ਉਹਨਾਂ ਨੇ ਵੀ ਸੋਚਿਆ ਹੁੰਦਾ ਕਿ ਅਸੀਂ ਮਤਲਬ ਆਪਣੇ ਦੇਸ਼ ਨੂੰ ਆਜ਼ਾਦ ਕਰਨ ਲਈ ਨਹੀਂ ਲੜਨਾ, ਸ਼ਾਇਦ ਦੇਸ਼ ਨਹੀਂ ਆਜ਼ਾਦ ਹੋਇਆ ਹੁੰਦਾ। ਜਾਂ ਅਸੀਂ ਕਿਸੇ ਮੂਵਮੈਂਟ ਦੀ ਵੀ ਜੇ ਗੱਲ ਕਰਦੇ ਹਾਂ ਤਾਂ ਉਸ ਮੂਵਮੈਂਟ ਨੂੰ ਕਾਮਯਾਬ ਬਣਾਉਣ ਲਈ ਇੱਕ ਯੂਨਿਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਜਦੋਂ ਇੱਕ ਲੋਕ ਲਹਿਰ ਬਣਦੀ ਹੈ, ਲੋਕ ਮਤਲਬ ਇੱਕ ਦੂਜੇ ਦੇ ਨਾਲ ਜੁੜਦੇ ਨੇ, ਇੱਕ ਲੋਕ ਲਹਿਰ ਬਣਦੀ ਹੈ, ਉਸ ਟਾਈਮ ਤੇ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਹੁੰਦੇ ਆ ਕਿ ਸਰਕਾਰ ਜਿਹੜੀ ਇਨਜਸਟਿਸ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਲੋਕਾਂ ਨਾਲ, ਅਸੀਂ ਉਹ ਨਹੀਂ ਹੋਣ ਦੇਵਾਂਗੇ ਜੀ। ਅਸੀਂ ਆਪਣੀ ਮਤਲਬ ਸਾਡੀ ਜਾਨ ਵੀ ਚਲੀ ਜਾਏ ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਅਸੀਂ ਸਰਕਾਰ ਨੂੰ ਆਪਣੇ ਨਾਲ ਗਲਤ ਨਹੀਂ ਹੋਣ ਦੇਣਾ। ਪਰ ਸਰਕਾਰ ਹਮੇਸ਼ਾ ਹੀ ਇਹ ਚਾਹੁੰਦੀ ਆ ਕਿ ਜੋ ਸਰਕਾਰ ਦੱਸ ਰਹੀ ਹੈ, ਐਕਟਸ ਦੱਸ ਰਹੀ ਹੈ ਜਾਂ ਲਾਜ਼ ਦੱਸ ਰਹੀ ਹੈ, ਉਹ ਲਾਜ਼ ਬਣਾਉਣਾ ਚਾਹੁੰਦੀ ਹੈ। ਪਰ ਅਸੀਂ ਲੋਕ, ਸਾਡੀ ਲੋਕ ਤਾਕਤ ਇਹ ਦੱਸਦੀ ਆ ਉਹਨਾਂ ਨੂੰ ਕਿ ਅਸੀਂ ਇਸ ਗੱਲ ਨੂੰ ਬਿਲਕੁਲ ਹੀ ਅਸੀਂ ਇਸ ਗੱਲ ਨੂੰ ਨਹੀਂ ਹੋਣ ਦੇਵਾਂਗੇ ਤੇ ਅਸੀਂ ਇਹ ਲਾਜ਼ ਨੂੰ ਨਹੀਂ ਮੰਨਾਂਗੇ। ਠੀਕ ਹੈ ਜੀ। ਕਿਉਂਕਿ ਇਹ ਲਾਜ਼ ਗਲਤ ਨੇ ਜੀ। ਜਦੋਂ ਇੱਕ ਕਾਨੂੰਨ ਹੀ ਬਣ ਗਿਆ ਜਿਹੜਾ ਲੋਕ ਮਾਰੂ ਕਾਨੂੰਨ ਹੈ, ਉਹਨੂੰ ਅਸੀਂ ਮੰਨ ਹੀ ਨਹੀਂ ਸਕਦੇ ਜੀ। ਜੇ ਗੱਲ ਕਰੀਏ ਐਨਆਰਸੀ ਦੀ, ਐਨਆਰਸੀ ਦੀ ਕੀ ਜ਼ਰੂਰਤ ਸੀ? ਅਸਾਮ 'ਚ ਐਨਆਰਸੀ ਦੇ ਅਸੀਂ ਇਫੈਕਟ ਦੇਖ ਲਿਆ ਸੀ ਕੀ ਹੋਇਆ। ਜੇ ਇਹ ਬਾਕੀ ਸਟੇਟਸ 'ਚ ਵੀ ਆਂਦੀ ਤਾਂ ਉਹਦਾ ਵੀ ਇਫੈਕਟ ਦੇਖਣ ਵਾਲਾ ਸੀ ਜੀ। ਅਸੀਂ ਘਰੋਂ ਬਾਹਰ ਕਿਉਂ ਨਿਕਲੇ? ਕਿਉਂਕਿ ਸਾਨੂੰ ਲੋੜ ਮਹਿਸੂਸ ਹੋਈ ਘਰ ਤੋਂ ਬਾਹਰ ਨਿਕਲਣ ਦੀ ਜੀ। ਜੇ ਅਸੀਂ ਚੁੱਪ ਕਰਕੇ ਸਰਕਾਰ ਦੀ ਗੱਲਾਂ ਮੰਨ ਰਹੇ ਸੀ, ਉਦੋਂ ਉਹ ਕਹਿ ਰਹੇ ਸੀ ਕਿ ਇਹ ਲੋਕ ਚੁੱਪਚਾਪ ਬੈਠ ਜਾਂਦੇ ਆ, ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਤੇ ਜਦੋਂ ਅਸੀਂ ਘਰੋਂ ਬਾਹਰ ਕਦਮ ਪੱਟਿਆ, ਉਦੋਂ ਇਹ ਕਹਿ ਰਹੇ ਨੇ ਕਿ ਇਹ ਮਤਲਬ ਅੰਦੋਲਨ ਕਰ ਰਹੇ ਨੇ, ਇਹ ਮਤਲਬ ਜਿਹੜਾ ਪੀਸ ਹੈ ਉਹਨੂੰ ਖਤਮ ਕਰ ਰਹੇ ਆ। ਜਿਹੜਾ ਪੀਸ ਸਾਡਾ ਖਤਮ ਹੋਇਆ ਉਹਦਾ ਕੀ ਜੀ? ਜਿਹੜੀ ਸਰਕਾਰਾਂ ਨੇ ਸਾਡੀ ਨੀਂਦਾਂ ਖਰਾਬ ਕੀਤੀਆਂ ਉਸ ਦਾ ਕੀ ਜੀ? ਐਨਆਰਸੀ ਆਈ, ਠੀਕ ਹੈ, ਅਸੀਂ ਪ੍ਰੋਟੈਸਟ ਕਰ ਰਹੇ ਸੀ, ਸ਼ਹੀਨ ਬਾਗ 'ਚ ਪ੍ਰੋਟੈਸਟ ਚੱਲਿਆ, ਬਹੁਤ ਸਾਰੇ ਮੋਰਚੇ ਵੀ ਲੱਗੇ ਹੋਏ ਸੀ ਵੱਖ-ਵੱਖ ਥਾਵਾਂ ਤੇ। ਉਸ ਤੋਂ ਬਾਅਦ ਇੱਕ ਕੋਵਿਡ ਦਾ ਰੀਜ਼ਨ ਦੇ ਕੇ, ਠੀਕ ਆ ਕੋਵਿਡ ਇੱਕ ਮਹਾਮਾਰੀ ਆਈ ਸੀ, ਅਸੀਂ ਵੀ ਮੰਨਦੇ ਹਾਂ, ਪਰ ਮਤਲਬ ਜਿਵੇਂ ਸ਼ਹੀਨ ਬਾਗ ਦੀਆਂ ਔਰਤਾਂ ਨੇ ਕਿਹਾ ਸੀਗਾ ਕਿ ਸਾਡੇ 'ਚੋਂ ਸਿਰਫ ਇੱਕ ਔਰਤ ਧਰਨੇ 'ਤੇ ਬੈਠਿਆ ਕਰੇਗੀ, ਬਾਕੀ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਬੈਡਸ 'ਤੇ ਚੱਪਲਾਂ ਰੱਖ ਦਿੱਤੀਆਂ ਸੀਗੀਆਂ, ਜਿਹਦਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਇਹਦਾ ਇਹ ਸੰਕੇਤ ਹੈ ਕਿ ਅਸੀਂ ਹਲੇ ਵੀ ਪ੍ਰੋਟੈਸਟ ਕਰ ਰਹੇ ਹਾਂ। ਬਟ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਹੀ ਮਤਲਬ ਖਤਮ ਹੀ ਕਰਨਾ ਪੈਣਾ ਕਿਉਂਕਿ ਕੋਵਿਡ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਜੀ। ਤੇ ਇੱਕ ਤਰ੍ਹਾਂ ਨਾਲ ਸ਼ਾਹੀਨ ਬਾਗ ਦੀਆਂ ਔਰਤਾਂ ਨੂੰ ਮਜਬੂਰਨ ਉੱਠਣਾ ਪਿਆ ਜੀ। ਪਰ ਇਹ ਅੰਦੋਲਨ ਕਦੇ ਵੀ ਖਤਮ ਨਹੀਂ ਹੋਇਆ ਐਨਆਰਸੀ ਤੇ ਸੀਏ ਵਾਲਾ। ਠੀਕ ਹੈ ਜੀ। ਵੀਡੀਓ ਕਾਨਫਰੰਸ ਤੇ ਵੀ ਸਾਡੀ ਮਤਲਬ ਚੱਲਦੀ ਰਹੀ ਸੀ ਇਹ ਨਾ, ਜਿੱਦਾਂ ਕਿ ਵੀਡੀਓ ਕਾਨਫਰੰਸ ਹੁੰਦੀਆਂ ਸੀਗੀਆਂ ਉਹਦੇ ਤੇ ਵੀ ਅਸੀਂ ਜਿੱਦਾਂ ਕਿ ਸਟੇਜਸ ਤੇ ਸਪੀਚ ਹੁੰਦੀਆਂ, ਬਹੁਤ ਜਿਹੜੇ ਐਕਟਿਵਿਸਟ ਸੀ ਦਿੱਲੀ ਤੋਂ ਜਾਂ ਹੋਰ ਵੱਖਰੀ ਸਟੇਟਸ ਤੋਂ, ਉਹ ਟਾਈਮ ਟੂ ਟਾਈਮ ਕੁਛ ਨਾ ਕੁਛ ਐਕਟੀਵਿਟੀਜ਼ ਕਰ ਰਹੇ ਸੀ ਜਿਹਦੇ ਨਾਲ ਇਹ ਲੱਗ ਰਿਹਾ ਸੀ ਕਿ ਐਨਆਰਸੀ ਐਂਡ ਸੀਏ ਚੱਲ ਰਹੀ ਹੈ। ਬਟ ਜਦੋਂ ਫਾਰਮਰਸ ਪ੍ਰੋਟੈਸਟ ਆਈ ਤਾਂ ਫੋਕਸ ਸਾਰਾ ਸਾਡਾ ਫਾਰਮਰਸ ਪ੍ਰੋਟੈਸਟ 'ਤੇ ਗਿਆ, ਕਿਉਂਕਿ ਗੱਲ ਇਹ ਹੁੰਦੀ ਹੈ ਜੋ ਇਸ ਟਾਈਮ ਦੀ ਪ੍ਰੋਬਲਮ ਹੈ ਅਸੀਂ ਸਭ ਤੋਂ ਪਹਿਲਾਂ ਉਹਨੂੰ ਸੌਰਟ ਆਊਟ ਕਰਨਾ ਜੀ। ਕਿਉਂਕਿ ਸੀਏ ਐਨਆਰਸੀ ਹੈ ਉਹ ਡਿਫਰੈਂਟ ਇਸ਼ੂ ਹੈ, ਬਟ ਉਸ ਟਾਈਮ ਤੇ ਫਾਰਮਰਸ ਪ੍ਰੋਟੈਸਟ ਚੱਲ ਰਹੀ ਸੀ। ਤੇ ਅਸੀਂ ਕਿਵੇਂ ਇਹ ਹੋਣ ਦੇਵਾਂਗੇ ਵੀ ਜਿਹੜੇ ਸਾਡੇ ਬਾਪੂਆਂ ਦੇ ਖੇਤ ਨੇ ਉਹ ਅਸੀਂ ਕਾਰਪੋਰੇਟਸ ਦੇ ਹੱਥਾਂ 'ਚ ਕਿਵੇਂ ਦੇ ਦਾਂਗੇ ਜੀ? ਜਦ ਉਹ ਖੇਤ ਸਾਡੇ ਬਾਪੂਆਂ ਦੇ ਨੇ, ਖੇਤੀ ਉਹ ਕਰਦੇ ਨੇ, ਅਸੀਂ ਕਾਰਪੋਰੇਟਸ ਦੇ ਹੱਥਾਂ 'ਚ ਕਿਵੇਂ ਦੇ ਦਾਂਗੇ ਜੀ? ਅੱਜ ਤੋਂ ਪਹਿਲਾਂ ਵੀ ਸਰਕਾਰ ਨੇ ਬਹੁਤ ਕੁਝ ਵੇਚਿਆ ਜੀ, ਉਹਦਾ ਰਿਜ਼ਲਟ ਸਾਡੇ ਸਾਹਮਣੇ ਹੈ। ਤੇ ਜੇ ਖੇਤ ਵੀ ਕਾਰਪੋਰੇਟਸ ਦੇ ਹੱਥਾਂ 'ਚ ਚਲੇ ਜਾਂਦੇ ਤਾਂ ਸਾਡੇ ਹੱਥਾਂ 'ਚ ਕੀ ਰਹਿ ਜਾਂਦਾ ਜੀ? ਇਨ ਸ਼ਾਰਟ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਬਿਲਕੁਲ ਹੀ ਮਤਲਬ ਹੁਣ ਕਾਰਪੋਰੇਟਸ ਦੇ ਅੰਡਰ ਰਹਿ ਕੇ ਮਤਲਬ ਜ਼ਿੰਦਗੀ ਆਪਣੀ ਜੀ ਲਈਏ, ਬਟ ਅਸੀਂ ਇੱਦਾਂ ਕੁਛ ਨਹੀਂ ਕਰਾਂਗੇ। ਜਦੋਂ ਕੋਈ ਵੀ ਹੁਣ ਇਨਜਸਟਿਸ ਹੋਏਗੀ ਅਸੀਂ ਉਸ 'ਤੇ ਆਵਾਜ਼ ਵੀ ਚੱਕਾਂਗੇ ਤੇ ਅਸੀਂ ਲੋਕਾਂ ਨੂੰ ਵੀ ਸਮਝਾਵਾਂਗੇ ਕਿ ਸਾਡਾ ਇੱਕ ਸੰਘਰਸ਼ 'ਚ ਸ਼ਮੂਲੀਅਤ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਜੀ। ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਬੀਜੇਪੀ ਦਾ ਲਗਾਤਾਰ ਵੱਖ-ਵੱਖ ਜਗ੍ਹਾ ਤੇ ਬਾਈਕਾਟ ਵੀ ਹੋ ਰਿਹਾ ਸੀ, ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ ਵੀ ਹੋ ਰਹੀ ਸੀ, ਬੀਜੇਪੀ ਦੇ ਖਿਲਾਫ ਕਿਸਾਨ ਆਗੂਆਂ ਨੇ ਜਿਵੇਂ ਪੱਛਮੀ ਬੰਗਾਲ 'ਚ ਪ੍ਰਚਾਰ ਵੀ ਕੀਤਾ ਸੀ। ਹੁਣ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਤਾਂ ਬੀਜੇਪੀ ਵੱਲੋਂ ਲਗਾਤਾਰ ਜਿਹੜੇ ਕਾਫੀ ਲੀਡਰ ਆ ਪੰਜਾਬ ਦੇ ਸ਼ਮੂਲੀਅਤ ਕਰ ਰਹੇ ਆ ਉਹਨਾਂ ਦੇ ਜਾਣ ਨੂੰ, ਤੇ ਬੀਜੇਪੀ ਜੇਕਰ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਸੱਤਾ ਦੇ ਵਿੱਚ ਆ ਕੇ ਕਿਵੇਂ ਕੰਮ ਕਰੇਗੀ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਬੀਜੇਪੀ ਨੇ ਸਿਰਫ ਸਾਨੂੰ ਸਪੋਇਲ ਹੀ ਕੀਤਾ। ਮੈਂ ਇਹ ਗੱਲ ਨਹੀਂ ਕਰਦੀ ਕਿ ਕਿਸੇ ਇੱਕ ਵਰਗ ਨੂੰ ਉਹਨੇ ਸਪੋਇਲ ਕੀਤਾ, ਬੀਜੇਪੀ ਸਭ ਨੂੰ ਹੀ ਸਪੋਇਲ ਕਰ ਰਹੀ ਹੈ। ਠੀਕ ਹੈ ਜੀ। ਬੀਜੇਪੀ ਸਿਰਫ ਆਪਣਾ ਇੰਟਰਸਟ ਦੇਖ ਰਹੀ ਹੈ, ਉਹਨੂੰ ਲੋਕਾਂ ਤੱਕ ਕੋਈ ਮਤਲਬ ਨਹੀਂ ਹੈ।
ਉਹਨੇ ਸਿਰਫ ਲੋਕਾਂ ਨੂੰ ਇਸਤੇਮਾਲ ਕਰਨਾ ਹੈ, ਦੰਗੇ ਕਰਾਣੇ ਨੇ, ਧਰਮ ਦੇ ਨਾਮ ਤੇ ਬਟਵਾਣਾ ਜਾਂ ਆਪਣਾ ਫਾਇਦਾ ਦੇਖਣਾ। ਹੋਰ ਬੀਜੇਪੀ ਕੋਲ ਕੁਝ ਨਹੀਂ ਹੈ ਬੋਲਣ ਲਈ ਜੀ। ਕਿਉਂਕਿ ਜੇ ਅਸੀਂ ਗੱਲ ਕਰੀਏ ਕਿ ਬੀਜੇਪੀ ਜਿਵੇਂ ਸੋਚ ਰਹੀ ਹੈ ਸੱਤਾ 'ਚ ਆਉਣ ਲਈ, ਉਹ ਸੱਤਾ 'ਚ ਆ ਹੀ ਕਿਵੇਂ ਸਕਦੀ ਹੈ? ਕਿਉਂਕਿ ਉਹਨਾਂ ਨੇ ਪਹਿਲਾਂ ਹੀ ਸਾਡਾ ਇੰਨਾ ਜ਼ਿਆਦਾ ਨੁਕਸਾਨ ਕਰਤਾ। ਸਾਡਾ ਦੇਸ਼ ਕੀ ਸੀ, ਕੀ ਬਣਾਤਾ। ਜੀ। ਮੈਂ ਇਹ ਨਹੀਂ ਕਹਿ ਰਹੀ, ਮੈਂ ਕਿਸੇ ਵੀ ਪਾਰਟੀ ਨੂੰ ਫੇਵਰ ਨਹੀਂ ਕਰ ਰਹੀ, ਬਟ ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਬੀਜੇਪੀ ਨੇ ਨੁਕਸਾਨ ਕਿੰਨਾ ਕੀਤਾ, ਦੰਗੇ ਕਿੰਨੇ, ਮਤਲਬ ਜੇ ਦੰਗੇ ਹੋ ਵੀ ਰਹੇ ਨੇ, ਕਿਸੇ ਤਰ੍ਹਾਂ ਦੰਗਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏ, ਨਾ ਕਿ ਉਹਨੂੰ ਜ਼ਿਆਦਾ ਬੜਾਵਾ ਦਿੱਤਾ ਜਾਏ ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਮਰਨ ਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਸਰੇ ਦੇ ਅਗੇਂਸਟ ਹੋਣ। ਕਿਉਂਕਿ ਬੀਜੇਪੀ ਜਿਹੜੀ ਪੋਲਿਟਿਕਸ ਕਰਦੀ ਹੈ ਉਹ ਰਿਲੀਜਨ ਦੇ ਬੇਸ ਤੇ ਪਹਿਲਾਂ ਕਰਦੀ ਹੈ, ਇਹ ਧਰਮ ਦੇ ਨਾਮ ਤੇ ਪਹਿਲਾਂ ਲੋਕਾਂ ਨੂੰ ਤੋੜਦੀ ਆ। ਇੱਕ ਮੁਸਲਮਾਨ ਨੂੰ ਕਹਿੰਦੀ ਆ ਉਹ ਹਿੰਦੂ ਆ, ਹਿੰਦੂ ਨੂੰ ਕਹਿੰਦੀ ਆ ਉਹ ਮੁਸਲਮਾਨ ਆ। ਉਹਨਾਂ ਨੂੰ ਇਹ ਮਤਲਬ ਦੱਸਦੀ ਹੈ ਕਿ ਮਤਲਬ ਤੁਸੀਂ ਲੜਨਾ ਕਿਸ ਹਿਸਾਬ ਨਾਲ ਹੈ, ਤੁਸੀਂ ਲੜਾਈਆਂ ਕਰਨੀਆਂ ਕੀ ਨੇ। ਜਦੋਂ ਵੀ ਕੁਝ ਵੀ ਮਤਲਬ ਇਲੈਕਸ਼ਨਸ ਆਉਣ ਵਾਲੇ ਹੁੰਦੇ ਆ, ਕੋਈ ਬੇਅਦਬੀ ਕਰਾਉਣੀ ਸ਼ੁਰੂ ਕਰ ਦਿੰਦੇ ਆ, ਮਤਲਬ ਧਰਮ ਨੂੰ ਇਹ ਵਿੱਚ ਲੈ ਕੇ ਆ ਜਾਂਦੇ ਆ, ਧਰਮ ਨੂੰ ਇਹ ਮੋਹਰਾ ਬਣਾਉਂਦੇ ਆ ਆਪਣੀ ਪੋਲਿਟਿਕਸ ਦਾ। ਹੁਣ ਜਿਹੜੇ ਮਤਲਬ ਬੀਜੇਪੀ ਕਹਿ ਲਈ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਦੇਖ ਲਈਏ, ਜੇ ਉਹ ਧਰਮ ਨੂੰ ਵਿੱਚ ਲੈ ਕੇ ਆਏਗੀ, ਇਟ ਮੀਨਸ ਉਹਨਾਂ ਦਾ ਵੀ ਕੋਈ ਮਤਲਬ ਦੀਨ ਧਰਮ ਹੈ ਨਹੀਂ, ਹੈ ਨਾ, ਕੋਈ ਇਮਾਨ ਹੀ ਨਹੀਂ ਹੈ। ਜਦੋਂ ਧਰਮ ਨੂੰ ਕਿਉਂ ਲੈ ਕੇ ਆ ਰਹੇ ਹੋ? ਆਪਣੀ ਗੱਲਾਂ ਨੂੰ ਸਾਹਮਣੇ ਲੈ ਕੇ ਆਓ, ਸਾਨੂੰ ਕੰਮ ਦੱਸੋ, ਕੰਮ ਕੀ ਕੀਤੇ ਨੇ, ਅਸੀਂ ਫਿਰ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਨਹੀਂ ਕੀਤਾ ਤੇ ਸਾਡੇ ਦੇਸ਼ ਨੂੰ ਤੁਸੀਂ ਕਿਵੇਂ ਬਰਬਾਦ ਕੀਤਾ। ਮਤਲਬ ਕੰਮ ਜਿਹੜੀ ਕੋਈ ਪੋਲਿਟਿਕਸ ਹੈ ਖਾਸ ਕਰਕੇ ਸਾਡੀ ਭਾਰਤ ਦੀ ਪੋਲਿਟਿਕਸ ਜ਼ਿਆਦਾਤਰ ਧਰਮ 'ਤੇ ਆ ਕੇ ਖੜ੍ਹ ਜਾਂਦੀ ਹੈ, ਕਿਉਂਕਿ ਧਰਮ 'ਤੇ ਅਸੀਂ ਦੇਖਦੇ ਹਾਂ ਕਿ ਮੀਡੀਆ ਵੀ, ਟੀਵੀ ਵੀ ਸਾਨੂੰ ਪਰੋਸਦਾ ਕਿ ਇੱਕ ਕੋਈ ਆਪਣੇ ਮੌਲਵੀ ਲਿਆ ਕੇ ਬਿਠਾ ਲਿਆ ਜਾਂਦਾ ਹੈ, ਇੱਕ ਕੋਈ ਪੰਡਤ ਬਿਠਾ ਲਿਆ ਜਾਂਦਾ ਹੈ, ਇੱਕ ਕਿਸੇ ਹੋਰ ਧਰਮ ਦਾ, ਫਿਰ ਉਹ ਬਹਿਸ ਹੁੰਦੀ ਹੈ ਕਿ ਇੱਥੇ ਤੁਸੀਂ ਗਲਤ ਹੋ, ਇੱਥੇ ਜਿਹੜੀ ਇਹ ਚੀਜ਼ ਹੈ ਜ਼ਹਿਰ ਵੰਡਿਆ ਜਾ ਰਿਹਾ ਜਿਹੜਾ ਲੋਕਾਂ ਦੇ। ਇਹਦੀ ਜਗ੍ਹਾ 'ਤੇ ਜਿਹੜੇ ਮੇਨ ਮੁੱਦੇ ਜਿਵੇਂ ਐਜੂਕੇਸ਼ਨ ਦਾ ਹੋ ਗਿਆ, ਹੈਲਥ ਦਾ, ਇਹ ਤੁਹਾਡੇ ਕਹਿਣ ਦਾ ਮਤਲਬ ਵੀ ਪਹਿਲ ਹੋਣੀ ਚਾਹੀਦੀ ਇਹਨਾਂ ਨੂੰ। ਮੈਂ ਇਹ ਕਹਿ ਰਹੀ ਹਾਂ ਕਿ ਜਿਹੜੀ ਵੀ ਧਰਮ ਦੀ ਗੱਲ ਹੈ ਉਹ ਕਿਸੇ ਹੋਰ ਪੈਨਲ ਤੇ ਬੈਠ ਕੇ ਵੀ ਹੋ ਸਕਦੀ ਹੈ। ਡਿਬੇਟ ਸੈਸ਼ਨ 'ਚ ਧਰਮ ਦੀ ਗੱਲ ਕਿਉਂ ਲੈ ਕੇ ਆਣੀ ਹੈ? ਜਿਵੇਂ ਕੋਈ ਵੀ ਧਾਰਮਿਕ ਮੁੱਦਾ ਹੈ ਉਹ ਕਿਸੇ ਹੋਰ ਡੈਸਕ ਪੈਨਲ ਤੇ ਵੀ ਹੋ ਸਕਦਾ ਹੈ। ਬਿਲਕੁਲ। ਤੁਸੀਂ ਇਸ ਗੱਲ ਨੂੰ ਪੋਲਿਟਿਕਸ ਨਾਲ ਕਿਉਂ ਜੋੜਦੇ ਹੋ? ਜਾਂ ਜੇ ਗੱਲ ਕੀਤੀ ਜਾਏ ਕਿ ਹੁਣੀ ਮਤਲਬ ਪ੍ਰੈਜ਼ੈਂਟ ਕੀ ਚੱਲ ਰਿਹਾ, ਤਾਂ ਤੁਸੀਂ ਬੇਰੁਜ਼ਗਾਰੀ ਤੇ ਗੱਲ ਕਰੋ, ਅਨਐਮਪਲੋਇਮੈਂਟ ਕਿੰਨੀ ਹੋਈ ਹੈ ਸਾਡੇ ਦੇਸ਼ 'ਚ। NRC ਦੇ ਟਾਈਮ ਦੇ ਤਾਂ ਇਹ ਮਾਈਗ੍ਰੈਂਟਸ ਨੂੰ ਕਹਿ ਰਹੇ ਸੀ ਇੰਡੀਆ 'ਚ ਲੈ ਕੇ ਆਉਣ ਲਈ, ਜਿਹੜੇ ਤੁਹਾਡੇ ਇੰਡੀਅਨ ਸਿਟੀਜ਼ਨਸ ਹੈ ਉਹਨਾਂ ਨੂੰ ਤੁਸੀਂ ਇੰਪਲੋਇਮੈਂਟ ਦੇ ਨਹੀਂ ਰਹੇ, ਪਰ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਦੇਸ਼ ਦੇ ਨਾਗਰਿਕ ਬਾਹਰ ਤੋਂ ਮਤਲਬ ਦੂਸਰੀ ਕੰਟਰੀਜ਼ ਤੋਂ ਆਉਣਗੇ ਉਹਨਾਂ ਨੂੰ ਅਸੀਂ ਮਤਲਬ ਇੰਪਲੋਇਮੈਂਟ ਵੀ ਦੇਵਾਂਗੇ ਤੇ ਅਸੀਂ ਉਹਨਾਂ ਨੂੰ ਰਹਿਣ ਲਈ ਸਭ ਕੁਝ ਮਤਲਬ ਪ੍ਰੋਵਾਈਡ ਕਰਾਂਗੇ, ਸ਼ੈਲਟਰ ਪ੍ਰੋਵਾਈਡ ਕਰਾਂਗੇ, ਫੂਡ। ਉਹ ਕਿਵੇਂ ਹੋਏਗਾ ਜਦੋਂ ਅੱਜ ਇੰਡੀਅਨਸ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ? ਤੁਸੀਂ ਮਾਈਗ੍ਰੈਂਟਸ ਨੂੰ ਕਿਵੇਂ ਉਹ ਸਹੂਲਤਾਂ ਦੇ ਦੋਗੇ? ਇਹਨਾਂ ਨੇ ਕੋਈ ਵੀ ਇਹ ਸਹੂਲਤਾਂ ਦੇਖੋ। ਸਾਡੀ ਹੁਣੀ ਇਸ ਟਾਈਮ ਦੀ ਕੀ ਅਸੀਂ ਡਿਮਾਂਡ ਕੀ ਹੈ ਸਾਡੀ ਕਿ ਤੁਸੀਂ ਐਜੂਕੇਸ਼ਨ 'ਤੇ ਗੱਲ ਕਰੋ, ਤੁਸੀਂ ਮੈਡੀਕਲ ਫੈਸਿਲਿਟੀਜ਼ 'ਤੇ ਗੱਲ ਕਰੋ, ਜਾਂ ਤੁਸੀਂ ਵਿਮਨਸ ਵੈਲਫੇਅਰ 'ਤੇ ਕੰਮ ਕਰੋ, ਧਿਆਨ ਦਿਓ। ਰੇਪਸ ਕਿੰਨੇ ਹੋ ਰਹੇ, ਰੇਪ ਕੇਸਿਸ ਕਿੰਨੇ ਹੁੰਦੇ ਆ, ਬਟ ਇਹਨਾਂ ਨੇ ਇਹ ਮੁੱਦਿਆਂ 'ਤੇ ਤਾਂ ਗੱਲ ਹੀ ਨਹੀਂ ਕਰਨੀ। ਇਹਨਾਂ ਨੇ ਤਾਂ ਆਪਣੀ ਪੋਲਿਟਿਕਸ ਕਰਨੀ ਹੈ ਜਿਹੜੀ ਕਿ ਇਹ ਕਰਦੇ ਆ ਰਹੇ ਨੇ। ਇਹਨਾਂ ਨੂੰ ਪਤਾ ਵੀ ਧਰਮ ਦੇ ਨਾਮ ਤੇ ਇਹਨਾਂ ਦੀ ਪੋਲਿਟਿਕਸ ਬਹੁਤ ਵਧੀਆ ਚੱਲ ਰਹੀ ਹੈ ਤੇ ਧਰਮ ਦੇ ਨੁਮਾਇੰਦੇ ਕਰ ਵੀ ਹੋ ਹੀ ਰਹੇ ਹੈ। ਜੇ ਅਸੀਂ ਗੱਲ ਕਰੀਏ NRC ਦੀ, ਤਾਂ ਬਹੁਤ ਮੁਸਲਿਮਸ ਨੇ ਵੀ ਇਹੀ ਕਿਹਾ ਸੀ ਕਿ NRC ਬਹੁਤ ਵਧੀਆ ਹੈ, NRC ਆਉਣੀ ਚਾਹੀਦੀ ਹੈ, CAA ਦੀ ਅਮੈਂਡਮੈਂਟਸ ਬਹੁਤ ਵਧੀਆ ਨੇ। ਕਿਉਂਕਿ ਤੁਹਾਡਾ ਕੰਮ ਉਹਦੇ ਨਾਲ ਚੱਲ ਰਿਹਾ, ਬਟ ਅਸੀਂ ਤੁਹਾਨੂੰ ਫੇਵਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਕਿ ਸਰਕਾਰ ਸਾਨੂੰ ਕਿੱਦਾਂ ਗੁੰਮਰਾਹ ਕਰ ਰਹੀ ਹੈ। ਸਰਕਾਰ ਸਾਡੇ ਨਾਲ ਸਾਡੀ ਐਜੂਕੇਸ਼ਨ ਬਾਰੇ ਨਹੀਂ ਗੱਲ ਕਰਦੀ, ਸਾਡੀ ਇੰਪਲੋਇਮੈਂਟ ਬਾਰੇ ਨਹੀਂ ਗੱਲ ਕਰਦੀ, ਸਰਕਾਰ ਸਾਨੂੰ ਗੁੰਮਰਾਹ ਕਰਨ ਬਾਰੇ ਹੀ ਸੋਚਦੀ ਹੈ ਸਿਰਫ। ਤੁਸੀਂ ਸਟੱਡੀ ਕਰਦੇ ਹੋ, ਨਾਲ ਸਟੂਡੈਂਟ ਵੀ ਹੈ, ਪ੍ਰੈਕਟਿਸ ਵੀ ਕਰਦੇ ਹੋ, ਪਹਿਲਾਂ ਸਟੱਡੀ ਵੀ ਕੀਤੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਮਾਹੌਲ ਬਾਕੀ ਜਗ੍ਹਾ ਸਟੂਡੈਂਟਸ ਨਾਲ ਵੀ ਜਿਹੜਾ ਵਿਤਕਰਾ ਕੀਤਾ ਜਾਂਦਾ ਹੈ, ਕਈ ਜਗ੍ਹਾ ਦੇ ਉੱਤੇ ਧਰਮ ਦੇ ਨਾਮ 'ਤੇ ਯੂਨੀਵਰਸਿਟੀਆਂ ਦੇ ਵਿੱਚ ਕੁੱਟਮਾਰ ਵੀ ਹੋਈ। ਪਿਛਲੇ ਦਿਨ ਅਸੀਂ ਦੇਖਿਆ ਹੈਗਾ, JNU ਹੋਣ, ਦਿੱਲੀ ਯੂਨੀਵਰਸਿਟੀ ਹੋਵੇ, ਕਈ ਘਟਨਾਵਾਂ ਘਟੀਆਂ। ਜਾਮੀਆ ਇਸਲਾਮ ਯੂਨੀਵਰਸਿਟੀ ਹੈ, ਉਹਦੇ ਵਿੱਚ ਵੀ ਘਟਨਾਵਾਂ ਹੋਈਆਂ। ਪੰਜਾਬ ਦੇ ਵਿੱਚ ਤੇ ਬਾਕੀ ਸੂਬਿਆਂ ਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ ਕਿ ਇੱਥੇ ਲੋਕ ਉਸ ਤਰੀਕੇ ਨਾਲ ਸੋਚਦੇ ਆ ਜਿਵੇਂ ਬਾਹਰ ਜੋ ਮਾਹੌਲ ਚਲਾਇਆ ਜਾਂਦਾ, ਉੱਥੋਂ ਨੂੰ ਪੰਜਾਬ ਦਾ ਕੀ ਫਰਕ ਦੇਖਦੇ ਹੋ? ਜਿਵੇਂ ਕਿ ਦੇਖਿਆ ਜਾਏ, ਜਦੋਂ NRC ਦੀ ਜੇ ਗੱਲ ਕਰੀਏ ਤਾਂ ਜਾਮਿਆ ਮਿਲੀਆ ਤੋਂ ਸਟੂਡੈਂਟ ਸੀ, JNU ਤੋਂ ਸਟੂਡੈਂਟ ਸੀ, ਹੋਰ ਬਹੁਤ ਸਟੂਡੈਂਟ ਸੀ ਦਿੱਲੀ ਤੋਂ। ਉਹਨਾਂ ਨੇ ਪ੍ਰੋਟੈਸਟ ਕੀਤੀ ਸੀ ਤਾਂ ਉਹਨਾਂ ਨੂੰ ਸਿੱਧੇ ਤੌਰ 'ਤੇ ਕਹਿਤਾ ਸੀ ਕਿ ਇਹ ਮਤਲਬ
ਉਸ ਟਾਈਮ ਨਾ ਸਹੀ ਉਹਨਾਂ ਨੂੰ ਟੁਕੜਾ ਟੁਕੜਾ ਗੈਂਗ ਕਿਹਾ ਗਿਆ। ਟੁਕੜਾ ਕਰਾਂਗੇ ਗਿਆ ਬਿਲਕੁਲ। ਜਦੋਂ ਸ਼ਹੀਨ ਬਾਗ ਹੀ ਲੱਗਿਆ ਉਦੋਂ ਉੱਥੇ ਮਿਨੀ ਪਾਕਿਸਤਾਨ ਕਹਿਤਾ, ਮਿਨੀ ਪਾਕਿਸਤਾਨ ਕਹਿਤਾ। ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਖਾਲਿਸਤਾਨ ਕਹਿਤਾ। ਮਤਲਬ ਇਹਨਾਂ ਦਾ ਕੰਮ ਹੈ ਵੰਡਣਾ, ਕਿਸੇ ਨਾ ਕਿਸੇ ਨਾਮ, ਕੋਈ ਨਾ ਕੋਈ ਨਾਮ ਦੇ ਕੇ। ਜਿਵੇਂ ਸਟੂਡੈਂਟਸ ਨੂੰ ਕਿਹਾ ਗਿਆ ਵੀ ਇਹ ਪੈਰਾਸਾਈਟਸ ਨੇ ਜੀ। ਸਟੂਡੈਂਟਸ ਪੈਰਾਸਾਈਟ ਨਹੀਂ ਹੈਗੇ, ਸਟੂਡੈਂਟਸ ਫਿਊਚਰ ਨੇ, ਆਉਣ ਵਾਲਾ ਭਵਿੱਖ ਨੇ ਇਸ ਦੇਸ਼ ਦਾ। ਤੁਸੀਂ ਇਹ ਕਹਿ ਦਿੰਦੇ ਹੋ ਕਿ ਸਟੂਡੈਂਟਸ ਮਤਲਬ ਅਬਰੋਡ ਚਲੇ ਜਾਂਦੇ ਆ, ਕਿਸੇ ਹੋਰ ਕੰਟਰੀ ਚਲੇ ਜਾਂਦੇ ਆ। ਕਿਉਂ ਜਾਂਦੇ ਆ? ਕਿਉਂਕਿ ਉਹਨਾਂ ਨੂੰ ਇੰਡੀਆ 'ਚ ਉਹ ਫੈਸਿਲਿਟੀਜ਼ ਪ੍ਰੋਵਾਈਡਡ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਮਜਬੂਰਨ ਬਾਹਰ ਜਾਣਾ ਪੈਂਦਾ। ਜੇ ਅਸੀਂ ਦਿੱਲੀ ਦੀ ਗੱਲ ਕਰੀਏ, ਜਿਸ ਟਾਈਮ 'ਤੇ ਉਹ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਸੀ, ਸਟੂਡੈਂਟਸ ਨੇ ਹੀ ਸਟੂਡੈਂਟਸ 'ਤੇ ਅਟੈਕ ਕੀਤਾ ਜੀ। ਕਿਉਂ ਕੀਤਾ? ਕਿਉਂਕਿ ਉਹ ਵੀ ਤੁਹਾਡੀ ਪੋਲੀਟਿਕਸ ਸੀ, ਸਟੂਡੈਂਟਸ ਦੀ ਪੋਲੀਟਿਕਸ ਕਰਕੇ। ਕਿਉਂਕਿ ਉੱਥੇ ਬਹੁਤ ਸਾਰੀ ਯੂਨੀਵਰਸਿਟੀਜ਼ ਦੇ ਐਗਜ਼ਾਮਸ ਵੀ ਉਸ ਟਾਈਮ 'ਤੇ ਚੱਲ ਰਹੇ ਸੀ। ਕਿਉਂਕਿ ਜਿਸ ਟਾਈਮ ਮੇਰੀ ਵੀ ਉੱਥੇ ਮੇਰੀ ਫਰੈਂਡਸ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਐਗਜ਼ਾਮ ਸੀ ਐਂਡ ਅਸੀਂ ਲਾਇਬ੍ਰੇਰੀ 'ਚ ਬੈਠ ਕੇ ਪੜ੍ਹ ਰਹੇ ਸੀ ਐਂਡ ਲਾਇਬ੍ਰੇਰੀ ਤੋਂ ਵੀ ਬੱਚਿਆਂ ਨੂੰ ਇਸ ਕਦਰ ਕੁੱਟਿਆ ਗਿਆ ਕਿ ਮਤਲਬ 2-3 ਮੈਨੂੰ ਹਲੇ ਵੀ ਕੇਸਿਸ ਯਾਦ ਨੇ। ਇੱਕ ਬੱਚੇ ਦਾ ਸਿਰ ਪੂਰਾ ਇੱਕ ਤਰ੍ਹਾਂ ਨਾਲ ਖੋਲ ਦਿੱਤਾ ਸੀ ਐਂਡ ਉਸ ਨੂੰ ਮਤਲਬ ਹਸਪੀਟਲ ਨਹੀਂ ਲਿਜਾਇਆ ਗਿਆ, ਉਹਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ। ਉਹਨੇ ਕਿਹਾ ਕਿ ਘੱਟੋ ਘੱਟ ਮੇਰੇ ਫਸਟ ਏਡ ਕਰਾ ਦਿਓ। ਉਹਦੇ ਪੇਰੈਂਟਸ ਨੇ ਵੀ ਬਹੁਤ ਰਿਕੁਐਸਟ ਕੀਤੀ ਕਿ ਪਲੀਜ਼ ਫਸਟ ਏਡ ਕਰਾ ਦਿਓ, ਬਟ ਉਹਨਾਂ ਨੇ ਨਹੀਂ ਮੰਨਿਆ। ਇਟ ਮੀਨਸ ਕਿ ਉੱਥੇ ਸਟੂਡੈਂਟਸ 'ਤੇ ਅਟੈਕ ਨਹੀਂ ਕੀਤਾ ਸੀ, ਉੱਥੇ ਉਹਨਾਂ ਨੇ ਗੁੰਡਾਗਰਦੀ ਕੀਤੀ ਸੀ ਸਟੂਡੈਂਟਸ 'ਤੇ ਜੀ। ਫਿਰ ਜਦੋਂ ਉਹ ਇਹ ਗੱਲ ਕਰਦੇ ਆ ਕਿ ਬੱਸਾਂ ਤੋੜੀਆਂ ਬੱਚਿਆਂ ਨੇ, ਉਹ ਬੱਸਿਸ 'ਤੇ ਅਟੈਕ ਕਿਉਂ ਕਰਨਗੇ ਸਟੂਡੈਂਟਸ ਇੱਕ ਪ੍ਰੋਟੈਸਟ ਕਰ ਰਹੇ ਸੀ। ਪ੍ਰੋਟੈਸਟ ਕਰਨਾ ਸਾਡਾ ਫੰਡਾਮੈਂਟਲ ਰਾਈਟ ਹੈ ਜੀ, ਤੇ ਤੁਸੀਂ ਸਾਡੇ ਰਾਈਟਸ ਨੂੰ ਵਾਇਲੇਟ ਕਰ ਰਹੇ ਹੋ। ਅਸੀਂ ਕੋਈ ਰਾਈਟਸ ਵਾਇਲੇਟ ਨਹੀਂ ਕਰ ਰਹੇ ਜੀ। ਜਦੋਂ ਉੱਥੇ ਸਟੂਡੈਂਟਸ ਨੇ ਡਿਮਾਂਡ ਵੀ ਕੀਤੀ ਸੀ, ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੁਝ ਵੀ ਕੀਤਾ, ਤੁਸੀਂ ਫੁਟੇਜਸ ਚੈੱਕ ਕਰੋ, ਹਾਂਜੀ, ਤੁਸੀਂ ਦੇਖੋ ਕਿ ਕਲਪ੍ਰਿਟਸ ਕੌਣ ਨੇ, ਤੁਸੀਂ ਸਜ਼ਾ ਦਿਓ ਉਹਨਾਂ ਨੂੰ। ਕਿਉਂ ਨਹੀਂ ਉਹ ਸਜ਼ਾ ਦੇ ਰਹੇ? ਕਿਉਂ ਨਹੀਂ ਉਹ ਦੇਖ ਰਹੇ ਕਿ ਗਲਤ ਕੌਣ ਹੈ? ਕਿਉਂਕਿ ਉਹ ਬੱਚਿਆਂ ਦੀ ਐਜੂਕੇਸ਼ਨ 'ਤੇ ਧਿਆਨ ਨਹੀਂ ਦੇਣਾ ਚਾਹੁੰਦੇ। ਜਿਹੜੇ ਬੱਚੇ ਐਜੂਕੇਸ਼ਨ ਹਾਸਿਲ ਕਰਨਾ ਚਾਹੀਦੇ ਆ, ਉਹ ਉਹਨਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ, ਦੇਣਾ ਚਾਹ ਰਹੇ। ਉਹ ਸਿਰਫ ਆਪਣੀ ਉਹਨਾਂ ਨੂੰ ਗੁੰਡਾਗਰਦੀ 'ਤੇ ਧਿਆਨ ਹੈ। ਅਤੇ ਅਸੀਂ ਇਹ ਕਹਿ ਰਹੇ ਹਾਂ, ਚਾਹੇ ਕੋਈ ਸਟੂਡੈਂਟਸ ਹੈ, ਚਾਹੇ ਕੋਈ ਵਰਕਿੰਗ ਹੈ, ਉਹਨਾਂ ਨੂੰ ਆਪਣਾ ਕੰਮ ਕਰਨ ਦਿਓ। ਅਤੇ ਜਦੋਂ ਅਸੀਂ ਸਾਈਡ ਬਾਏ ਸਾਈਡ ਕੋਈ ਵੀ ਪ੍ਰੋਟੈਸਟ ਕਰ ਰਹੇ ਹਾਂ ਤਾਂ ਸਾਨੂੰ ਪ੍ਰੋਟੈਸਟ ਕਰਨ ਦਿਓ, ਕਿਉਂਕਿ ਇਹ ਸਾਡਾ ਫੰਡਾਮੈਂਟਲ ਰਾਈਟ ਹੈ। ਠੀਕ ਹੈ। ਕਿਸਾਨੀ ਅੰਦੋਲਨ ਜਿੱਤ ਤੋਂ ਬਾਅਦ ਕਿਹੋ ਜਿਹਾ ਮਾਹੌਲ ਹਰ ਪਾਸੇ, ਤੁਸੀਂ ਤੁਹਾਡੇ ਖਿੱਤੇ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਕਿਵੇਂ ਲੱਗਿਆ ਜਦੋਂ ਜਿੱਤ ਦਾ ਐਲਾਨ ਹੋਇਆ? ਕਿਉਂਕਿ ਇਸ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਫੈਸਲਾ ਲੈਂਦੇ ਆ ਪਲਟਦੇ ਨਹੀਂ, ਚਾਹੇ ਕੁਛ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਧਾਰਾ 370, CA, NRC, ਨੋਟਬੰਦੀ, GST, ਐਨੀਥਿੰਗ ਜੋ ਵੀ ਇਹਨਾਂ ਨੇ ਲਾਗੂ ਕਰਤਾ, ਐਲਾਨ ਕਰਨਾ, ਬਸ ਉਸ ਤੋਂ ਬਾਅਦ ਵਾਪਸ ਨਹੀਂ ਹੋਣਾ। ਅਤੇ ਇਹ ਤੋਂ ਇੱਕ ਵਾਪਸ ਹੋਏ, ਪਹਿਲਾਂ ਗੱਲਾਂ ਕਰਦੇ ਸੀ ਕਿ ਅਸੀਂ ਤਾਂ ਇੱਥੋਂ ਪਿੱਛੇ ਹਟ ਨਹੀਂ ਸਕਦੇ, ਤੇ ਫਿਰ ਇੱਕੋ ਦਮ ਫੈਸਲਾ ਲੈਣਾ ਪੈਣਾ। ਇਸ ਉਹ ਚੀਜ਼ ਨੂੰ ਕਿਵੇਂ ਦੀ? ਇਹੀ ਤਾਂ ਆਕੜ ਸੀ, ਇਹੀ ਤਾਂ ਉਹਨਾਂ ਦੀ ਆਕੜ ਸੀ ਵੀ GST ਕੀਤੀ, GST ਲਾਗੂ ਹੋ ਗਈ, ਨੋਟਬੰਦੀ ਕੀਤੀ, ਨੋਟਬੰਦੀ ਲਾਗੂ ਹੋ ਗਈ ਜੀ। ਇਹੀ ਉਹਨਾਂ ਦੀ ਆਕੜ ਕਿਸਾਨਾਂ ਨੇ ਭੰਨੀ ਹੈ, ਇਹ ਦੱਸ ਕੇ ਕਿ ਜਦੋਂ ਤੁਸੀਂ ਸਾਡੇ ਤੇ ਗਲਤ ਕਾਨੂੰਨ ਲੈ ਕੇ ਆਓਗੇ, ਸਾਨੂੰ ਪਤਾ ਕਿ ਅਸੀਂ ਸੜਕਾਂ ਤੇ ਉਤਰ ਕੇ ਆਪਣੀ ਗੱਲਾਂ ਲੋਕਾਂ ਨੂੰ ਕਿਵੇਂ ਸਮਝਾਉਣੀਆਂ ਜੀ, ਤੇ ਅਸੀਂ ਉਹਨਾਂ ਗੱਲਾਂ ਦਾ ਤੁਹਾਨੂੰ ਜਵਾਬ ਕਿੱਦਾਂ ਦੇਣਾ ਜੀ। ਕਿਉਂਕਿ ਜੇ ਗੱਲ ਕਰੀਏ ਅਸੀਂ ਕਿ ਮਤਲਬ ਕਿਸਾਨ ਅੰਦੋਲਨ 'ਚ ਇੱਕ ਲੋਕ ਲਹਿਰ ਉੱਠੀ, ਲੋਕਾਂ ਨੂੰ ਸਮਝ ਤਾਂ ਆਈ ਨਾ ਕਿ ਸਾਡੇ ਨਾਲ ਕੀ ਗਲਤ ਹੋਣ ਵਾਲਾ ਹੈ, ਤੋਂ ਬਾਅਦ ਕਿ ਇਸ ਟਾਈਮ ਸਾਡੇ ਨਾਲ ਕੁਝ ਵਰਸਟ ਨਹੀਂ ਹੋ ਰਿਹਾ, ਪਰ ਜੇ ਸਾਡੇ ਖੇਤ ਸਾਡੇ ਹੱਥਾਂ 'ਚੋਂ ਨਿਕਲ ਕੇ ਉਦੋਂ ਸਾਡੇ ਨਾਲ ਵਰਸਟ ਹੋਏਗਾ। ਜਦੋਂ ਲੋਕਾਂ ਨੂੰ ਸਮਝ ਆਈ, ਉਦੋਂ ਲੋਕਾਂ ਦੀ ਇੱਕ ਲਹਿਰ ਉੱਠੀ। ਮਤਲਬ ਇੰਟਰਨੈਸ਼ਨਲ ਲੈਵਲ 'ਤੇ ਵੀ ਇਹ ਪ੍ਰੋਟੈਸਟ ਹੋਈ, ਮਤਲਬ ਸਰਕਾਰਾਂ ਨੂੰ ਕਿਹਾ ਗਿਆ ਕਿ ਤੁਸੀਂ ਗਲਤ ਕਰ ਰਹੇ ਹੋ, ਮਤਲਬ ਇੰਡੀਅਨ ਗਵਰਨਮੈਂਟ ਨੂੰ। ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਤਾਂ ਪਤਾ ਲੱਗਿਆ ਕਿ ਜਿਹੜੀ ਉਹ ਆਕੜ ਦਿਖਾ ਰਹੀ ਸੀ, ਅਸੀਂ ਮਤਲਬ ਇੱਕ ਦੇਸ਼ ਦੇ ਨਾਗਰਿਕ ਲਾ ਲਓ, ਜਾਂ ਫਿਰ ਇੱਕ ਦੇਸ਼ ਦੇ, ਇਸ ਦੇਸ਼ ਦੇ ਲੋਕ ਲਾ ਲਓ, ਜਾਂ ਫਿਰ ਸਿਟੀਜ਼ਨਸ, ਅਸੀਂ ਉਹਨਾਂ ਦੀ ਆਕੜ ਪਰ ਨਹੀਂ ਜਾਣਦੇ ਹਾਂ। ਅਤੇ ਅਸੀਂ ਉਹਨਾਂ ਦੀ ਆਕੜ ਕਿਸੇ ਲੜਾਈ, ਦੰਗੇ, ਫਸਾਦ ਨਾਲ ਨਹੀਂ, ਅਸੀਂ ਚੁੱਪੀ, ਸਬਰ ਨਾਲ ਅਤੇ ਲੋਕਾਂ ਨੂੰ ਸਮਝਾ ਕੇ ਅਸੀਂ ਹਰ ਜੰਗ ਨੂੰ ਜਿੱਤਣਾ ਜਾਣਦੇ ਹਾਂ। ਮਤਲਬ ਸੁਨੇਹਾ ਗਿਆ ਇਹ ਗੱਲ ਦਾ ਕਿ ਕਿਤੇ ਇਹ ਨਹੀਂ ਹੁੰਦਾ ਕਿ ਜੋ ਤੁਸੀਂ ਕਹੋ ਉਹ ਲਾਗੂ ਹੋ ਜਾਵੇਗਾ, ਲੋਕ ਰੋਕ ਵੀ ਲੈਂਦੇ ਆ ਗੱਲ ਨੂੰ। ਲੋਕਾਂ ਦੇ ਰੋਕਣ ਦੀ ਗੱਲ ਪਤਾ ਕੀ ਆ? ਹਾਂਜੀ, ਇਹ ਕਦੇ ਵੀ ਇੱਦਾਂ ਨਹੀਂ ਹੋਇਆ ਕਿ ਕੋਈ ਵੀ ਮਸਲਾ ਹੋ ਗਿਆ ਲੋਕ ਇੱਕਦਮ ਉੱਠ ਗਏ, ਨਹੀਂ।
ਲੋਕਾਂ ਨੂੰ ਜਾਗਰੂਕ ਕਰਨਾ ਪੈਂਦਾ, ਉਹਨਾਂ ਨੂੰ ਸਮਝਾਉਣਾ ਪੈਂਦਾ, ਕਿਉਂਕਿ ਲੋਕਾਂ ਨੂੰ ਦੱਸਣਾ ਪੈਂਦਾ ਕਿ ਸਰਕਾਰ ਸਾਡੇ ਨਾਲ ਇਸ ਤੋਂ ਜ਼ਿਆਦਾ ਗਲਤ ਕੀ ਕਰ ਸਕਦੀ ਹੈ। ਉਸ ਟਾਈਮ ਲੋਕ ਲਹਿਰ ਉੱਠਦੀ ਆ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਪੰਜਾਬ ਤੋਂ ਇਹ ਕਿਹਾ ਗਿਆ ਸੀ, ਮਤਲਬ ਗਵਰਨਮੈਂਟ ਪੰਜਾਬ ਦੇ ਵੱਖਰੀ ਪਾਰਟੀਆਂ ਨੇ ਇਹ ਕਿਹਾ ਸੀ ਕਿ ਇਹ ਬਿੱਲ ਬਹੁਤ ਵਧੀਆ ਨੇ, ਉਦੋਂ ਉਹਨਾਂ ਨੂੰ ਵੀ ਨਹੀਂ ਪਤਾ ਇੰਨੀ ਵੱਡੀ ਲੋਕ ਲਹਿਰ ਉੱਠੇਗੀ ਜੀ। ਜਦੋਂ ਲੋਕ ਲਹਿਰ ਉੱਠੀ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵਾਕਈ ਇਹ ਲੋਕ ਕੁਝ ਕਰ ਸਕਦੇ ਨੇ, ਕਿਉਂਕਿ ਉੱਥੇ ਕਿਸਾਨ ਨਹੀਂ ਬੈਠੇ ਸੀ, ਉੱਥੇ ਮਜ਼ਦੂਰ ਵੀ ਬੈਠੇ ਸੀ, ਉੱਥੇ ਵਕੀਲ ਵੀ ਬੈਠੇ ਸੀ, ਉੱਥੇ ਟੀਚਰ ਵੀ ਬੈਠੇ ਸੀ, ਉੱਥੇ ਹਰ ਵਰਗ ਦਾ ਇਨਸਾਨ ਬੈਠਾ ਸੀ ਜੀ। ਕੀ ਕਹਿ ਰਿਹਾ ਸੀ ਸਰਕਾਰਾਂ ਨੂੰ ਕਿ ਤੁਸੀਂ ਗਲਤ ਕਰ ਰਹੇ ਹੋ, ਅਸੀਂ ਸਹੀ ਕਰ ਰਹੇ ਹਾਂ ਜੀ। ਤੇ ਅਸੀਂ ਇਹ ਉਹਨਾਂ ਨੂੰ ਦੱਸਦੇ ਰਹਾਂਗੇ, ਜਦੋਂ ਤੱਕ ਉਹ ਸਰਕਾਰਾਂ ਗਲਤ ਕਰਦੀਆਂ ਰਹਿਣਗੀਆਂ ਉਦੋਂ ਤੱਕ ਅਸੀਂ ਦੱਸਦੇ ਰਹਾਂਗੇ ਕਿ ਤੁਸੀਂ ਗਲਤ ਕਰ ਰਹੇ ਹੋ ਤੇ ਅਸੀਂ ਜਾਣਦੇ ਹਾਂ ਕਿ ਸਹੀ ਕਿਵੇਂ ਕਰਨਾ ਹੈ ਇਹ ਸਭ ਨੂੰ। ਇਹ ਚੀਜ਼ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ। ਤਾਂ ਗੱਲਬਾਤ ਕੀਤੀ ਉਹਨਾਂ ਨੇ, ਵਕੀਲ ਨੇ ਪੇਸ਼ੇ ਵਜੋਂ ਮਦਦ ਕੀਤੀ ਕਿਸਾਨਾਂ ਦੀ, ਜਦ 26 ਜਨਵਰੀ ਵਾਲੀ ਘਟਨਾ ਵਾਪਰਦੀ ਹੈ, ਜਦ ਲੋਕਾਂ ਦੇ ਉੱਪਰ ਇੱਕ ਹਿਸਾਬ ਨਾਲ ਇਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਲੋਕ ਗਲਤ ਨੇ, ਇਹਨਾਂ 'ਤੇ ਕਾਰਵਾਈ ਹੋਵੇ। ਬਹੁਤੇ ਬੱਚਿਆਂ ਦਾ ਪਤਾ ਨਹੀਂ ਲੱਗਦਾ ਸੀ, ਬਹੁਤੇ ਕਿਸਾਨਾਂ ਦਾ ਨਹੀਂ ਪਤਾ ਲੱਗ ਰਿਹਾ ਸੀ, ਜਿਹੜੇ ਅਰੈਸਟ ਹੋ ਚੁੱਕੇ ਸੀ ਉਹਨਾਂ ਦਾ ਤਾਂ ਪਤਾ ਲੱਗ ਗਿਆ, ਪਰ ਜਿਨ੍ਹਾਂ ਦਾ ਹਜੇ ਅਰੈਸਟ ਵੀ ਨਹੀਂ ਸੀ ਤੇ ਮੋਰਚੇ 'ਚ ਵੀ ਨਹੀਂ ਸੀ, ਉਹਨਾਂ ਲਈ ਬੜਾ ਸਮੱਸਿਆ ਹੋ ਗਈ ਸੀ। ਤਾਂ ਉਹ ਖੋਜ ਕੀਤੀ, ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਮਿਲਵਾਇਆ। ਇਹ ਕਿਸਾਨ ਸੰਘਰਸ਼ ਦੀ ਇੱਕ ਖੂਬਸੂਰਤੀ ਰਹੀ ਹੈ ਕਿ ਇਸ ਵਿੱਚ ਧਰਮ, ਜਾਤ, ਮਜ਼ਹਬ, ਔਰਤ ਮਰਦ ਦੇ ਜਿਹੜੇ ਵਿਤਕਰੇ ਤੋਂ ਉੱਪਰ ਉੱਠ ਕੇ ਸਭ ਕੁਝ ਵਾਪਰਿਆ। ਇਹ ਭੈਣ ਨੇ ਸਾਨੂੰ ਬੜੇ ਵਧੀਆ ਵਿਚਾਰ ਦੱਸੇ ਕਿ ਇੱਕ ਇਸਲਾਮ ਧਰਮ ਨਾਲ ਸੰਬੰਧਤ, ਪਰ ਉਹ ਕਹਿੰਦੇ ਮੁੱਦਾ ਇਸਲਾਮ ਜਾਂ ਮੁੱਦਾ ਮੁਸਲਿਮ ਨਹੀਂ ਹੈ, ਮੁੱਦਾ ਰੁਜ਼ਗਾਰ ਹੈ, ਮੁੱਦਾ ਰੋਟੀ ਹੈ। ਜੇਕਰ ਸਭ ਤੋਂ ਪਹਿਲਾਂ ਜੇ ਅਸੀਂ ਆਪਣੇ ਰੁਜ਼ਗਾਰ, ਸਾਡੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਾਂਗੇ, ਜੋ ਹਿੰਦੁਸਤਾਨ ਦੇ ਵਿੱਚ ਘਟਨਾਵਾਂ ਵਾਪਰਦੀਆਂ ਉਹਨਾਂ 'ਤੇ ਰੋਕ ਲਗਾਵੇਗੀ ਸਰਕਾਰ, ਤਾਂ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਟੀਵੀ ਉੱਪਰ ਡਿਬੇਟ ਕਰਾ ਦੇਣੀ ਧਰਮ ਦੇ ਨਾਂ 'ਤੇ, ਧਰਮ ਦੇ ਨਾਮ ਦੇ ਉੱਤੇ ਪੋਲਿਟਿਕਸ ਕਰਨੀ ਬਿਲਕੁਲ ਗਲਤ ਹੈ। ਨਾ ਤਾਂ ਉਹ ਕਹਿੰਦੇ ਕਿ ਜੋ ਕੋਈ ਮੁਸਲਿਮ ਆਗੂ ਬਣੇ ਹੋਏ ਆ, ਨਾ ਉਹ ਸੋਚਦੇ ਆ, ਨਾ ਕੋਈ ਜਿਹੜੇ ਦੂਜੇ ਧਰਮਾਂ ਦੇ ਆਗੂ ਉਹ ਸੋਚਦੇ ਆ। ਸੋਚਣਾ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਲੋਕਾਂ ਦਾ ਭਲਾ ਕਿਸ ਤਰੀਕੇ ਦੇ ਨਾਲ ਹੋਵੇ। ਬੜੇ ਵਧੀਆ ਵਿਚਾਰ ਸਨ ਭੈਣ ਜੀ ਦੇ, ਤੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਰੀ ਗੱਲ ਖੁੱਲ੍ਹ ਕੇ ਦੱਸੀ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ।